अस्सलाम वालेकुम शानी जट वीलॉग ऑफिशियल चैनल ਵਿੱਚ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼-ਏ-ਅਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਮੇਰਾ ਵੀਲੌਗ ਬਰ ਵਕਤ ਤੁਹਾਡੇ ਤੱਕ ਪਹੁੰਚੇ ਤੇ ਕੋਸ਼ਿਸ਼ ਕਰੋ ਕਿ ਮੇਰਾ ਵੀਲੌਗ ਜਿਹੜਾ ਨਾ ਆਖਿਰ ਤੱਕ ਦੇਖੋ ਤਾਂ ਕਿ ਤੁਹਾਡੇ ਤੱਕ ਸਾਰੀਆਂ ਖਬਰਾਂ ਜਿਹੜੀਆਂ ਨੇ ਨਾ ਉਹ ਪਹੁੰਚ ਜਾਣ। ਜਨਾਬ ਖਬਰਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਹੈਗੀਆਂ ਨੇ, ਬਹੁਤ ਜ਼ਿਆਦਾ ਖਬਰਾਂ ਜਿਹੜੀਆਂ ਨੇ ਉਹ ਇਕੱਠੀਆਂ ਹੋਈਆਂ ਨੇ ਤੇ ਡਿਸਾਈਡ ਇਹ ਕੀਤਾ ਗਿਆ ਹੈ ਕਿ 3-4 ਖਬਰਾਂ ਜਿਹੜੀਆਂ ਨੇ ਨਾ ਉਹਦੇ ਉੱਤੇ ਰੋਸ਼ਨੀ ਪਾਵਾਂਗੇ। ਫਿਰ ਇਨਸ਼ਾ-ਅੱਲਾਹ ਤਾਲਾ ਇੱਕ ਹੋਰ ਵੀ ਵਲੌਗ ਕਰਾਂਗੇ ਤੇ 2-3 ਵੀ ਵਲੌਗਾਂ ਦੇ ਵਿੱਚ ਜਿਹੜਾ ਹੈ ਨਾ ਸਾਰੀਆਂ ਖਬਰਾਂ ਤੁਹਾਡੇ ਤੱਕ ਪਹੁੰਚਾ ਦਿਆਂਗੇ। ਅੱਜ ਜਿਹੜੀ ਪਹਿਲੀ ਖਬਰ ਹੈਗੀ ਏ ਉਹ ਇਹ ਹੈਗੀ ਏ ਕਿ ਇੰਡੀਆ ਦੇ ਜਿਹੜੇ ਵਜ਼ੀਰ ਦਾਖਲਾ ਨੇ ਅਜੀਤ ਦੋਵਲ ਉਹਨੇ ਜਨਾਬ ਮੁਲਾਕਾਤ ਕੀਤੀ ਹੈ UAE ਦੇ ਜਿਹੜੇ ਅਮੀਰ ਹੈਗੇ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹ ਮੁਲਾਕਾਤ ਬੜੀ ਅਹਿਮ ਹੈਗੀ ਹੈ। ਉਹਦੀ ਬਕਾਇਦਾ ਵੀਡੀਓ ਵੀ ਵਾਇਰਲ ਹੋ ਗਈ ਹੈ ਤੇ ਬਕਾਇਦਾ ਤਸਵੀਰਾਂ ਵੀ ਜਿਹੜੀਆਂ ਨੇ ਵਾਇਰਲ ਹੋ ਗਈਆਂ ਨੇ ਤੇ ਜਨਾਬ ਇਹਦੇ ਬਾਰੇ 'ਚ ਕਿਹਾ ਜਾ ਰਿਹਾ ਕਿ ਇਹ ਜਿਹੜੀ ਹਾਲੀਆ ਜਿਹੜੀ ਮੁਲਾਕਾਤ ਹੋਈ ਹੈ ਜਿਹੜੀ ਕਸ਼ੀਦਗੀ ਚੱਲ ਰਹੀ ਹੈ ਈਰਾਨ ਤੇ ਅਮਰੀਕਾ ਦੀ ਤੇ ਪਾਕਿਸਤਾਨ ਦੇ ਜਿਹੜੇ ਤਾਲੁਕਾਤ UAE ਦੇ ਨਾਲ ਜਿਹੜੇ ਨੇ ਖਰਾਬ ਹੋਏ ਨੇ ਉਹਦੇ ਤਨਾਜ਼ਰ ਤੇ ਕੀਤੀ ਗਈ ਹੈ ਤੇ ਜਨਾਬ ਜਿਹੜੇ ਅੰਦਰ ਦੇ ਜਿਹੜੇ ਹੈਗੇ ਨੇ ਸਾਡੇ ਯਾਨੀ ਕਿ ਰਿਪੋਰਟਰ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਜਨਾਬ ਇਸ ਮੁਲਾਕਾਤ ਨੂੰ ਬਕਾਇਦਾ ਜਿਹੜਾ ਨਾ ਤਸ਼ਹੀਰ ਕਰਨ ਦਾ ਮਕਸਦ ਹੈਗਾ ਕਿ UAE ਨੇ ਜਿਹੜਾ ਨਾ ਆਪਣੀਆਂ ਜਿਹੜੀਆਂ ਹੈਗੀਆਂ ਨੇ ਨਾ ਉਹ ਪਿੰਗਾਂ ਉਹ ਵਧਾ ਦਿੱਤੀਆਂ ਨੇ ਇੰਡੀਆ ਦੇ ਨਾਲ ਤੇ ਇਹ ਇੱਕ ਖਤਰੇ ਦੀ ਨਿਸ਼ਾਨੀ ਵੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਇੰਡੀਆ ਜਿਹੜਾ ਨਾ ਉਹ ਪਾਕਿਸਤਾਨ ਦਾ ਦੁਸ਼ਮਣ ਹੈ ਤੇ ਅਜੀਤ ਦੋਵਲ ਜਿਹੜਾ ਨਾ ਉਹ ਤੇ ਪਾਕਿਸਤਾਨ ਦਾ ਕੱਟੜ ਦੁਸ਼ਮਣ ਹੈਗਾ, ਠੀਕ ਹੈ। ਤੇ ਇਹ ਹੁਣ ਕਿਆਸ ਆਰਾਈਆਂ ਹੋ ਰਹੀਆਂ ਨੇ ਕਿ ਜਨਾਬ ਇਹ ਜਿਹੜਾ ਨਾ ਕਿ ਇਸ ਮੁਲਾਕਾਤ ਦਾ ਮਕਸਦ ਹੈਗਾ ਕਿ ਇੰਡੀਆ ਦੇ ਪਿੱਛੇ ਜਿਹੜਾ ਹੈਗਾ ਨਾ ਹੁਣ ਇਸ ਟਾਈਮ UAE ਦੀ ਸਪੋਰਟ ਹੈਗੀ ਹੈ ਫਾਈਨੈਂਸ਼ੀਅਲੀ। ਇਜ਼ਰਾਈਲ ਸਪੋਰਟ ਕਰ ਰਿਹਾ UAE ਨੂੰ ਤੇ UAE ਸਪੋਰਟ ਕਰ ਰਿਹਾ ਇੰਡੀਆ ਨੂੰ ਤੇ ਹੋ ਸਕਦਾ ਕਿਉਂਕਿ ਤੁਹਾਨੂੰ ਪਤਾ 10 ਮਈ ਨੇੜੇ ਹੈਗੀ ਹੈ, ਜ਼ਿਆਦਾ ਦੂਰ ਨਹੀਂ ਹੈਗੀ ਤੇ ਇੰਡੀਆ ਜਿਹੜਾ ਨਾ ਕੋਈ ਜਿਹੜਾ ਨਾ ਦੁਬਾਰਾ ਫਿਰ ਕੋਈ ਕਾਰਵਾਈ ਕਰ ਸਕਦਾ, ਕੋਈ ਹਮਲਾ ਕਰ ਸਕਦਾ ਪਾਕਿਸਤਾਨ ਦੇ ਉੱਤੇ, ਲੇਕਿਨ ਇਹ ਸਪੋਰਟ ਉਹਦੀ ਹੋਏਗੀ UAE ਦੀ ਇਹਦੇ ਪਿੱਛੇ। ਇਹ ਕਿਆਸ ਆ ਰਹੀਆਂ ਹੋ ਰਹੀਆਂ ਨੇ ਲੇਕਿਨ ਇਹ ਖਬਰਾਂ ਵੀ ਜਿਹੜੀਆਂ ਨੇ ਨਾ ਉਹ ਮਾਰਕੀਟ ਦੇ ਵਿੱਚ ਜਿਹੜੀਆਂ ਨੇ ਨਾ ਉਹ ਫੈਲ ਚੁੱਕੀਆਂ ਨੇ ਕਿ ਜਨਾਬ UAE ਜਿਹੜਾ ਨਾ ਖੁੱਲ੍ਹ ਕੇ ਹੁਣ ਪਾਕਿਸਤਾਨ ਦੀ ਮੁਖਾਲਫਤ ਦੇ ਉੱਤੇ ਉਤਰ ਆਇਆ ਤੇ ਪਿੱਛੇ ਬੈਠ ਕੇ ਉਹ ਇੰਡੀਆ ਨੂੰ ਪੁਸ਼ ਕਰੇਗਾ ਕਿ ਤੁਸੀਂ ਬਲੋਚਿਸਤਾਨ 'ਤੇ ਹਮਲੇ ਕਰੋ, ਠੀਕ ਹੈ, ਤੇ ਬਲੋਚਿਸਤਾਨ ਵੱਲੋਂ ਤੁਸੀਂ ਇੱਧਰ ਆਓ ਤੇ ਤੁਸੀਂ ਜਿਹੜਾ ਨਾ ਕਿ ਪਾਕਿਸਤਾਨ ਨੂੰ ਜਿਹੜਾ ਨਾ ਇੱਕ ਗਹਿਰਾ ਜ਼ਖਮ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਪਾਕਿਸਤਾਨ ਕੋਲੋਂ ਅਸੀਂ ਆਪਣਾ ਬਦਲਾ ਲੈ ਸਕੀਏ। ਪਤਾ ਨਹੀਂ ਹੁਣ ਕਾਹਦੇ ਬਦਲੇ ਲੈ ਰਿਹਾ UAE, ਹਾਲਾਂਕਿ ਅਸੀਂ ਉਹਨੂੰ ਸਾਰੇ ਪੈਸੇ ਉਹਦੇ ਸੂਦ ਸਮੇਤ ਵਾਪਸ ਕਰ ਦਿੱਤੇ ਨੇ, ਉਹਦੇ ਓਰੀਜਨਲ ਪੈਸੇ ਵੀ ਦੇ ਦਿੱਤੇ ਨੇ, ਸੂਦ ਵੀ ਦੇ ਦਿੱਤਾ ਹੈ, ਠੀਕ ਹੈ, ਲੇਕਿਨ ਉਹਦੇ ਬਾਵਜੂਦ UAE ਜਿਹੜਾ ਨਾ ਉਹ ਹੁਣ ਇਸ ਤਰ੍ਹਾਂ ਦੀ ਰਫਤਾਰ ਕਰ ਰਿਹਾ ਲੇਕਿਨ ਇਨਸ਼ਾ-ਅੱਲਾਹ ਤਾਲਾ ਪਾਕਿਸਤਾਨ ਇਹਦਾ ਭਰਪੂਰ ਜਵਾਬ ਦੇਗਾ। ਅੱਛਾ ਪਾਕਿਸਤਾਨ ਨੇ ਤੇ ਜਵਾਬ ਦੇਣਾ ਹੀ ਦੇਣਾ ਲੇਕਿਨ ਸਾਊਦੀ ਅਰਬ ਦਾ ਵੀ ਬਿਆਨ ਆ ਗਿਆ। ਸਾਊਦੀ ਅਰਬ ਨੇ ਜਨਾਬ ਇੰਡੀਆ ਨੂੰ ਜਿਹੜਾ ਨਾ ਵਾਰਨਿੰਗ ਦਿੱਤੀ ਹੈ ਤੇ ਬੜੀ ਸਖਤ ਵਾਰਨਿੰਗ ਦਿੱਤੀ ਹੈ ਕਿ ਜੇ ਤੂੰ ਪਾਕਿਸਤਾਨ ਦੇ ਨਾਲ ਕੋਈ ਪੰਗਾ ਪਾਇਆ, ਜੇ ਤੂੰ ਪਾਕਿਸਤਾਨ ਦੇ ਉੱਤੇ ਕੋਈ ਹਮਲਾ ਕੀਤਾ ਤੇ ਇਹ ਗੱਲ ਯਾਦ ਰੱਖੀ ਪਾਕਿਸਤਾਨ ਸਾਡਾ ਬਰਾਦਰ ਮੁਲਕ ਹੈਗਾ ਤੇ ਨਾਲੇ ਇਸ ਟਾਈਮ ਪਾਕਿਸਤਾਨ ਦੇ ਨਾਲ ਸਾਡੇ ਮੁਆਹਦੇ ਹੋਏ ਪਏ ਨੇ ਤੇ ਪਾਕਿਸਤਾਨ ਦੇ ਉੱਤੇ ਹਮਲਾ ਸਾਊਦੀ ਅਰਬ ਦੇ ਉੱਤੇ ਹਮਲਾ ਕੰਸੀਡਰ ਕੀਤਾ ਜਾਏਗਾ ਤੇ ਜੇ ਤੂੰ ਕੁਝ ਕੀਤਾ ਤਾਂ ਫਿਰ ਅਸੀਂ ਦੋਵੇਂ ਭਰਾ ਰਲ ਕੇ ਤੇਰੀ ਮੰਜੀ ਐਸੀ ਠੋਕਾਂਗੇ ਕਿ ਤੈਨੂੰ ਲੱਗ ਪਤਾ ਜਾਏਗਾ। ਨਾ ਸਿਰਫ ਤੇਰੇ ਜਿੰਨੇ ਵੀ ਸਹੂਲਤਕਾਰ ਹੈਗੇ ਨੇ ਨਾ ਜਿਹੜੇ ਤੇਰੀ ਪਿੱਛੇ ਬੈਠੇ ਨੇ ਉਹਨਾਂ ਦੀ ਵੀ ਜਿਹੜੀ ਨਾ ਅਸੀਂ ਮੰਜੀ ਠੋਕ ਦਿਆਂਗੇ ਤੇ ਇਹੋ ਜਿਹੀ ਕੋਈ ਹਰਕਤ ਨਾ ਕਰੀ। ਤੇ ਪਾਕਿਸਤਾਨ ਨੇ ਬਕਾਇਦਾ ਇੱਕ ਪੈਗਾਮ UAE ਨੂੰ ਵੀ ਪਹੁੰਚਾ ਦਿੱਤਾ ਕਿ ਜੇ ਤੁਸੀਂ ਕੋਈ ਹਰਕਤ ਇਸ ਤਰ੍ਹਾਂ ਦੀ ਕੀਤੀ ਕਿ ਤੁਸੀਂ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਤੇ ਇੰਡੀਆ ਨੂੰ ਤੇ ਅਸੀਂ ਜਵਾਬ ਦਿਆਂਗੇ ਹੀ ਦਿਆਂਗੇ ਲੇਕਿਨ ਅਸੀਂ ਤੁਹਾਨੂੰ ਵੀ ਜਿਹੜਾ ਨਾ ਹਲਕਾ ਫੁਲਕਾ ਐਸਾ ਜਵਾਬ ਦਿਆਂਗੇ ਕਿ ਤੁਹਾਡੀਆਂ ਵੀ ਜਿਹੜਾ ਨੇ ਨਾ ਆਉਣ ਵਾਲੀਆਂ 7 ਨਸਲਾਂ ਯਾਦ ਰੱਖਣ ਕਿ ਤੁਸੀਂ ਜਿਹੜਾ ਨਾ ਕਿਹਦੇ ਨਾਲ ਪੰਗਾ ਪਾ ਰਹੇ ਹੋ, ਸਮਝ ਆ ਰਹੀ ਹੈ। ਤੇ ਲਿਹਾਜ਼ਾ ਇਹ ਜਿਹੜੀ ਮੁਲਾਕਾਤ ਹੈਗੀ ਨਾ ਇਹਦੇ ਪਿੱਛੇ ਬੜੀਆਂ ਜਿਹੜੀਆਂ ਨੇ ਨਾ ਕਿਆਸ ਆਰਾਈਆਂ ਹੋ ਰਹੀਆਂ ਨੇ। ਦੇਖੋ ਹੁਣ ਅਗਲਾ ਮਹੀਨਾ ਚੱਲ ਰਿਹਾ ਮਈ ਦਾ ਤੇ ਮਈ ਦੇ ਵਿੱਚ ਜਿਹੜੇ ਨੇ ਬੜੇ ਵਾਕਿਆਤ ਹੋਏ ਨੇ। ਵੱਡਾ ਵਾਕਿਆ ਜਿਹੜਾ 10 ਮਈ ਨੂੰ ਹੋਇਆ ਜਿਹੜਾ ਪਾਕਿਸਤਾਨ ਨੇ ਇੰਡੀਆ ਦੀ ਮੰਜੀ ਠੋਕੀ ਹੈ ਤੇ ਅਸੀਂ ਜਸ਼ਨ ਮਨਾਉਣਾ ਤੇ ਇਹਨਾਂ ਨੇ ਮਾਤਮ ਕਰਨਾ ਲੇਕਿਨ ਇਹਨਾਂ ਨੇ ਸਾਡੇ ਰੰਗ ਦੇ ਵਿੱਚ ਭੰਗ ਪਾਉਣਾ
ਤੇ ਕੁਛ ਨਾ ਕੁਛ ਇਹਨਾਂ ਨੇ ਕਰਨਾ ਜ਼ਰੂਰ ਹੈ, ਲੇਕਿਨ ਉਹਦੇ ਪਿੱਛੇ ਡੈਫੀਨੇਟਲੀ UAE ਦਾ ਹੱਥ ਲਾਜ਼ਮਨ ਹੋਏਗਾ। ਉਹ ਫਾਈਨੈਂਸ਼ੀਅਲੀ ਸਪੋਰਟ ਕਰੇਗਾ ਤੇ ਫਿਰ ਹੀ ਇੰਡੀਆ ਹਮਲਾ ਕਰੇਗਾ, ਕਿਉਂਕਿ ਇੰਡੀਆ ਕੋਲ ਤੇ ਇਸ ਟਾਈਮ ਖਾਣ ਜੋਗੇ ਵੀ ਪੈਸੇ ਨਹੀਂ ਹੈਗੇ। ਦੂਸਰੀ ਖਬਰ ਜਨਾਬ ਤੁਹਾਨੂੰ ਦੱਸਣੀ ਸੀ ਕਿ ਇਹ ਇਰਾਨ ਅਮਰੀਕਾ ਦੀ ਜੰਗ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕਮਾਈ ਕੀਤੀ ਹੈ ਡੋਨਲਡ ਟਰੰਪ ਦੀ ਕੀਤੀ ਹੈ। ਠੀਕ ਹੈ, ਡੋਨਲਡ ਟਰੰਪ ਨੇ ਯਾਨੀ ਕਿ ਅਮਰੀਕਾ ਨੇ ਇੰਨਾ ਯਾਨੀ ਕਿ ਅਰਬਾਂ ਰੁਪਇਆ ਕਮਾ ਚੁੱਕਿਆ। ਉਹ ਕਿਸ ਤਰ੍ਹਾਂ? ਉਹ ਇਸ ਤਰ੍ਹਾਂ ਕਿ ਜਨਾਬ ਇੱਕ ਤੇ ਉਹਨੇ ਜਨਾਬ ਆਪਣਾ ਤੇਲ ਵੇਚਿਆ, ਉਹਦਾ ਵੈਨਜ਼ੂਏਲਾ ਦਾ ਤੇਲ, ਉਹਦੇ ਤੇ ਕਬਜ਼ਾ ਕੀਤਾ ਹੋਇਆ ਨਾ ਉਹਨੇ ਅਮਰੀਕਾ ਨੇ, ਤੇ ਉਹ ਹੈ ਤੇਲ ਇਹਨੇ ਆਪਣਾ ਧੜ ਵੇਚਿਆ, ਉਧਰੋਂ ਇਹਨੇ ਡਾਲਰ ਕਮਾਏ ਨੇ। ਫਿਰ ਅਮਰੀਕਾ ਨੇ ਜਨਾਬ ਆਪਣਾ ਅਸਲਾ ਬੜਾ ਵੇਚਿਆ, ਆਪਣਾ ਅਸਲਾ ਬੜਾ ਵੇਚਿਆ। ਠੀਕ ਹੈ, ਕਿਉਂਕਿ ਉਹਨੇ ਐਸੇ ਅਸਲਿਆਂ ਦੀ ਨੁਮਾਇਸ਼ ਕੀਤੀ ਹੈ ਨਾ, ਇਰਾਨ ਦੇ ਉੱਤੇ ਹਮਲੇ ਕੀਤੇ, ਇਰਾਨ ਦੀ ਕਈ ਜਿਹੜੇ ਸਨ ਅਹਿਮ ਲੀਡਰਸ਼ਿਪ ਉਹਨੇ ਜਿਹੜੀ ਸੀ ਉਹ ਖ਼ਤਮ ਕਰ ਦਿੱਤੀ, ਤੇ ਦੁਨੀਆ ਨੂੰ ਦੱਸਿਆ ਕਿ ਲੋ ਜੀ ਸਾਡੇ ਕੋਲ ਕਿਸ ਤਰ੍ਹਾਂ ਦਾ ਜਦੀਦ ਅਸਲਾ ਹੈਗਾ, ਤੇ ਉਹ ਜਿਹੜੇ ਮਮਾਲਿਕ ਹੈਗੇ ਸਨ ਇੰਟਰਸਟਡ, ਉਹਨਾਂ ਨੇ ਉਹ ਅਸਲਾ ਖਰੀਦ ਲਿੱਤਾ ਉਹਦੇ ਕੋਲੋਂ। ਠੀਕ ਹੈ, ਮੁਆਹਦੇ ਕਰ ਲਏ ਤੇ ਉਹ ਅਸਲਾ ਵੀ ਵੇਚਿਆ। ਤੇ ਜਨਾਬ ਤੀਸਰਾ ਉਹਨੇ ਇਹ ਕੰਮ ਕੀਤਾ ਕਿ ਜਿਹੜੇ ਐਪਸਟੀਨ ਫਾਈਲ ਹੈਗੀ ਸੀ ਨਾ, ਉਹ ਵੀ ਜਨਾਬ ਉਹਨੇ ਕੇਸ ਦਬਾ ਦਿੱਤਾ ਇਸ ਜੰਗ ਦੇ ਵਿੱਚ। ਠੀਕ ਹੈ, ਤੇ ਇਜ਼ਰਾਈਲ ਨੂੰ ਵੀ ਉਹਨੇ ਹੱਲਾਸ਼ੇਰੀ ਦਿੱਤੀ। ਇਜ਼ਰਾਈਲ ਨੂੰ ਵੀ ਉਹਨੇ ਕਿਹਾ ਕਿ ਲੋ ਜੀ ਕਿ ਤੁਸੀਂ ਵੀ ਜਿਹੜਾ ਨਾ ਲਿਬੀਆ ਦੇ ਉੱਤੇ ਜਿਹੜਾ ਨਾ ਹਮਲਾ ਕਰੋ, ਤੇ ਤੁਹਾਨੂੰ ਕੋਈ ਕੁਛ ਨਹੀਂ ਕਹੇਗਾ, ਤੁਸੀਂ ਜਿੰਨੇ ਆਪਣੇ ਮਕਾਸਦ ਹਾਸਿਲ ਕਰ ਸਕਦੇ ਹੋ ਆਪਣੇ ਮਕਾਸਦ ਹਾਸਿਲ ਕਰੋ, ਬਾਕੀ ਅੱਲਾ ਤੇ ਖੈਰ ਸੱਲਾ, ਅਸੀਂ ਵੇਖ ਲਵਾਂਗੇ ਕੀ ਅਸੀਂ ਕਰਨਾ। ਠੀਕ ਹੈ, ਤੇ ਜਨਾਬੇ ਆਲੀ 4 ਜਿਹੜੇ ਅਹਿਮ ਮਕਾਸਦ ਹੈਗੇ ਸਨ ਉਹ ਅਮਰੀਕਾ ਨੇ ਹਾਸਿਲ ਕਰ ਲਿੱਤੇ ਨੇ। ਇੱਕ ਤੇ ਪੈਟਰੋਲ ਨੇ ਬੜਾ ਵੇਚਿਆ, ਅਸਲਾ ਵੇਚਿਆ, ਐਪਸਟੀਨ ਫਾਈਲ ਦਾ ਜਿਹੜਾ ਸੀ ਉਹ ਜਿਹੜੀ ਬੜਾ ਸ਼ੋਸ਼ਾ ਛਿੜਿਆ ਸੀ ਅਮਰੀਕਾ ਦੇ ਵਿੱਚ ਉਹ ਦਬਾਇਆ, ਤੇ ਇਜ਼ਰਾਈਲ ਨੂੰ ਵੀ ਜਿਹੜਾ ਨਾ ਉਹਨੂੰ ਵੀ ਇਜਾਜ਼ਤ ਦਿੱਤੀ ਕਿ ਉਹ ਵੀ ਆਪਣਾ ਜਿਹੜਾ ਨਾ ਲਿਬੀਆ ਉੱਤੇ ਹਮਲਾ ਕਰਕੇ ਜਿਹੜਾ ਨਾ ਆਪਣੇ ਮਕਾਸਦ ਹਾਸਿਲ ਕਰੇ। ਤੇ ਇਹ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਨਾ ਅਮਰੀਕਾ ਨੂੰ ਇੱਥੋਂ ਹੋਇਆ। ਰਸ਼ੀਆ ਵੀ ਡਾਲਰ ਕਮਾ ਰਿਹਾ, ਉਹਨੇ ਵੀ ਬੜਾ ਆਪਣਾ ਤੇਲ ਵੇਚਿਆ, ਉਹ ਵੀ ਆਪਣਾ ਅਸਲਾ ਵੇਚਦਾ ਪਿਆ, ਤੇ ਉਹ ਵੀ ਜਿਹੜਾ ਨਾ ਇਸ ਟਾਈਮ ਜਿਹੜਾ ਨਾ ਬੜੇ ਫਾਇਦੇ ਦੇ ਵਿੱਚ ਹੈਗਾ। ਤੇ ਇਹ ਅੱਜ ਇਸ ਤਰ੍ਹਾਂ ਯਾਨੀ ਕਿ ਇਹ ਸੂਰਤ ਹਾਲ ਚੱਲ ਰਹੀ ਹੈ ਇਰਾਨ ਤੇ ਅਮਰੀਕਾ ਦੀ, ਕਿ ਫਾਇਦੇ 'ਚ ਅਮਰੀਕਾ ਰਿਹਾ ਤੇ ਨੁਕਸਾਨ ਦੇ ਵਿੱਚ ਇਸ ਟਾਈਮ ਤੇ ਇਰਾਨ ਹੀ ਹੈਗਾ। ਇਰਾਨ ਨੂੰ ਇਸ ਟਾਈਮ ਹਾਲੇ ਤੱਕ ਕੋਈ ਫਾਇਦਾ ਨਹੀਂ ਹੋ ਰਿਹਾ, ਕਿਉਂਕਿ ਅਬਨਾਏ ਹੋਰਮਜ਼ ਜਿਹੜਾ ਨਾ ਉਹ ਬੰਦ ਹੋਇਆ ਪਿਆ, ਉਹਦੀ ਨਾਕਾਬੰਦੀ ਕੀਤੀ ਹੋਈ ਹੈ ਅਮਰੀਕਾ ਨੇ ਬੜੀ ਪੂਰੇ ਤਰੀਕੇ ਦੇ ਨਾਲ। ਜਨਾਬ KPK ਦੇ ਜਿਹੜੇ ਸਪੀਕਰ ਹੈਗੇ ਨੇ ਬਾਬਰ ਸਵਾਤੀ ਸਾਹਿਬ, ਉਹਨਾਂ ਨੇ ਜਨਾਬ ਇੱਕ ਕਰਾਰਦਾਦ ਪੇਸ਼ ਕੀਤੀ ਹੈ ਆਪਣੇ ਹਵਾਲੇ ਨਾਲ ਕਿ ਉਹਨਾਂ ਨੂੰ ਜਿਹੜਾ ਨਾ ਕਿ ਤਾ ਹਯਾਤ ਮਰਾਤ ਦਿੱਤੀਆਂ ਜਾਣ। ਠੀਕ ਹੈ, ਤਾ ਹਯਾਤ ਮਰਾਤ ਲੈਣ ਦਾ ਬਿੱਲ ਪੇਸ਼ ਕੀਤਾ ਹੈ, ਜਿਹੜਾ ਕਿ ਕਸਰਤ ਰਾਏ ਦੇ ਨਾਲ ਮਨਜ਼ੂਰ ਕਰ ਲਿੱਤਾ ਗਿਆ। ਯਾਨੀ ਕਿ ਜਿੰਨੀ ਦੇਰ ਤੱਕ ਬਾਬਰ ਸਵਾਤੀ ਸਾਹਿਬ ਜ਼ਿੰਦਾ ਨੇ, ਸਪੀਕਰ ਰਹਿੰਦੇ ਨੇ ਨਹੀਂ ਰਹਿੰਦੇ, ਠੀਕ ਹੈ, ਤੇ ਉਹ ਉਨੀ ਦੇਰ ਤੱਕ ਜਿਹੜਾ ਨਾ ਉਹ ਸਰਕਾਰੀ ਖਜ਼ਾਨੇ ਤੋਂ ਜਿਹੜਾ ਨਾ ਮਰਾਤ ਲੈਂਦੇ ਰਹਿਣਗੇ, ਜਿਹਦੇ ਵਿੱਚ ਸਰਕਾਰੀ ਪ੍ਰੋਟੋਕੋਲ, ਸਰਕਾਰੀ ਗੱਡੀਆਂ, ਬਿਜਲੀ, ਗੈਸ, ਪਾਣੀ, ਟੈਲੀਫੋਨ, ਪੈਟਰੋਲ, ਖਾਨਸਾਮਾ, ਗਾਰਡ, ਹਰ ਚੀਜ਼ ਦੀ ਸਹੂਲਤ ਜਿਹੜੀ ਹੈ ਨਾ ਇਹ ਇਹਨਾਂ ਨੂੰ ਸਰਕਾਰੀ ਖਜ਼ਾਨੇ ਤੋਂ ਜਿਹੜਾ ਨਾ ਮਿਲਦੀ ਰਹੇਗੀ। ਇਹ ਤੁਸੀਂ ਹਿਸਾਬ ਲਾ ਲਓ। ਇਹ ਤਬਦੀਲੀ ਜਿਹੜੀ ਇਹ ਦਾ ਨਾਰਾ ਲਾਇਆ ਸੀ ਨਾ ਇਮਰਾਨ ਅਹਿਮਦ ਖਾਨ ਨਿਆਜ਼ੀ ਸਾਹਿਬ ਨੇ, ਉਹ ਇਹ ਸੀ ਕਿ ਜੀ ਸਾਨੂੰ ਤਬਦੀਲੀ ਦਿਓ, ਸਾਨੂੰ ਮਰਾਤ ਦਿਓ, ਸਾਨੂੰ ਜਿਹੜਾ ਨਾ ਲੁੱਟਣ ਦੀ ਜਿਹੜਾ ਨਾ ਮੌਕਾ ਦਿਓ, ਤੇ ਤਾਂ ਕਿ ਅਸੀਂ ਤੁਹਾਨੂੰ ਦੱਸੀਏ ਕਿ ਸਭ ਤੋਂ ਵੱਡੇ ਲੁਟੇਰੇ ਤੇ ਚੋਰ ਤੇ ਡਾਕੂ ਜਿਹੜੇ ਨੇ ਨਾ ਉਹ PTI ਦੇ ਵਿੱਚ ਸ਼ਾਮਿਲ ਨੇ। ਉਹ ਲੀਡਰ ਹੋਏ PTI ਦਾ, ਤੇ ਭਾਵੇਂ ਉਹ ਛੋਟੇ ਤੋਂ ਛੋਟਾ ਉਹਦਾ ਕੋਈ ਲੇਬਰ ਕਾਉਂਸਲਰ ਹੋਏ। ਇਹਨਾਂ ਨੇ ਜਨਾਬ ਪਾਕਿਸਤਾਨ ਨੂੰ ਇੰਨਾ ਕੁ ਲੁੱਟਿਆ ਕਿ ਇੰਨਾ ਕੁ 2026 ਜਾਣੇ ਨਾ ਤੇ 79 ਈਅਰਸ ਦਾ ਹੋ ਜਾਏਗਾ ਪਾਕਿਸਤਾਨ। ਯਾਨੀ ਕਿ 79 ਸਾਲਾਂ ਦੇ ਵਿੱਚ ਇੰਨਾ ਪਾਕਿਸਤਾਨ ਨੂੰ ਕਿਸੇ ਨੇ ਨਹੀਂ ਲੁੱਟਿਆ ਜਿੰਨਾ 4 ਸਾਲਾਂ ਦੇ ਵਿੱਚ ਇਮਰਾਨ ਅਹਿਮਦ ਖਾਨ ਨਿਆਜ਼ੀ ਵਫਾਕ 'ਚ ਬੈਠ ਕੇ ਲੁੱਟ ਗਿਆ। ਤੇ ਇਹ 13 ਸਾਲ ਹੋ ਗਏ ਨੇ KPK ਦੇ ਕਬਜ਼ੇ 'ਚ, ਤੇ 13 ਸਾਲ ਦੇ ਵਿੱਚ ਉੱਥੇ ਜੋ ਨੱਥੂ ਖੱਟੂ ਸੀ ਉਹ ਇਸ ਟਾਈਮ ਅਰਬਪਤੀ ਬਣ ਗਿਆ ਜੀ। ਠੀਕ ਹੈ, ਇਖਤਿਆਰ ਵਲੀ ਸਾਹਿਬ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਤੇ ਉਧਰ KPK ਦੇ ਜਿਹੜੇ ਹੈਗੇ ਨੇ ਤਜ਼ੀਆ ਨਗਾਰ, ਉਹਨਾਂ ਨੇ ਰਿਪੋਰਟਾਂ ਜਾਰੀਆਂ ਕੀਤੀਆਂ ਨੇ ਕਿ ਭਾਈਆਂ ਨਾ ਅਸੀਂ ਤੁਹਾਨੂੰ ਐਸੇ ਬੰਦੇ ਵਿਖਾਈਏ ਕਿ ਜਿਹੜੇ ਮਾਜ਼ੀ ਦੇ ਵਿੱਚ ਜਦੋਂ ਇਹ ਹਕੂਮਤ ਦੇ ਵਿੱਚ ਨਹੀਂ ਆਏ ਸਨ, ਤੇ ਇਹ ਜਨਾਬ 2013 ਤੋਂ ਪਹਿਲੇ ਸਾਈਕਲ ਦੇ ਉੱਤੇ ਜਿਹੜਾ ਸੀ ਨਾ ਪਾਪੜ ਵੇਚਦੇ ਹੁੰਦੇ ਸਨ, ਕੋਈ ਕਾਂਜੀ ਵੇਚਦਾ ਸੀ, ਕੋਈ ਨਸਵਾਰ ਵੇਚਦਾ ਸੀ, ਠੀਕ ਹੈ, ਕੋਈ ਮਨਸ਼ਿਆਤ ਦਾ ਛੋਟਾ ਮੋਟਾ ਕਾਰੋਬਾਰ ਕਰਦਾ ਸੀ। ਅੱਜ ਉਹੀ ਲੋਕ ਸਿਆਸਤ ਦੇ ਵਿੱਚ ਆ ਕੇ
MPA ਬਣ ਕੇ MNA ਬਣ ਕੇ ਤੇ ਅੱਜ ਅਰਬਪਤੀ ਬਣ ਗਏ ਨੇ ਤੇ ਉਹਨਾਂ ਕੋਲੋਂ ਤੁਸੀਂ ਗੱਡੀਆਂ ਦੇਖੋ ਤੇ ਉਹਨਾਂ ਦੇ ਬੰਗਲੇ ਦੇਖੋ ਤੇ ਤੁਸੀਂ ਹੱਸ਼ ਕਰ ਉਠੋਗੇ ਕਿ ਯਾਰ ਕਿਆ ਬਾਤ ਹੈ ਬਈ, ਕਿਆ ਇਹਨਾਂ ਨੇ ਕੰਮ ਕੀਤਾ। ਤੇ ਬਾਬਰ ਸਵਾਤੀ ਸਾਹਿਬ ਨੇ ਜਿਹੜਾ ਬਿੱਲ ਪਾਸ ਕਰਵਾਇਆ ਆਪਣੀ ਜ਼ਾਤ ਵਾਸਤੇ ਕਿ ਮੈਨੂੰ ਤਾਂ ਹਯਾਤ ਮਰਾਤ ਦਿਓ। KPK ਜਲ ਰਿਹਾ ਹੈ, KPK ਇਸ ਟਾਈਮ ਜਲਦਾ ਪਿਆ, ਉਧਰ ਦੀ ਆਵਾਮ ਭੁੱਖੇ ਮਰ ਰਹੀ ਹੈ। ਨਾ ਬਿਜਲੀ, ਨਾ ਪਾਣੀ, ਨਾ ਗੈਸ, ਨਾ ਤਾਲੀਮ, ਨਾ ਸਿਹਤ, ਨਾ ਪੁਲ, ਨਾ ਸੜਕਾਂ, ਕੁਛ ਨਹੀਂ। ਉਹ ਖੰਡਰ ਬਣ ਚੁੱਕਿਆ ਜੇ KPK। ਲੇਕਿਨ ਇਹ ਜਿਹੜੇ ਸਿਆਸਤਦਾਨ ਨੇ PTI ਦੇ, ਇਹਨਾਂ ਨੇ ਦੋਵੇਂ ਹੱਥਾਂ ਨਾਲ ਲੁੱਟ ਕੇ ਤੇ KPK ਨੂੰ ਕੰਗਲਾ ਕਰ ਦਿੱਤਾ। ਕਈ ਹਜ਼ਾਰ ਅਰਬ ਦਾ ਮਕਰੂਜ਼ ਹੈਗਾ ਜੇ KPK, ਕਈ ਹਜ਼ਾਰ ਅਰਬ ਦਾ, ਸਮਝ ਆ ਰਹੀ ਹੈ। ਲੇਕਿਨ ਇਹਨਾਂ ਨੂੰ ਜ਼ਰਾ ਸ਼ਰਮ ਨਹੀਂ ਆ ਰਹੀ ਕਿ ਅਸੀਂ ਆਪਣੀ ਆਵਾਮ ਨੂੰ ਕੋਈ ਸੁਣਦੀ। ਇਹ ਸਾਰੇ ਮਾਈਗ੍ਰੇਟ ਕਰਕੇ ਤੇ ਪੰਜਾਬ ਜਾ ਰਹੇ ਨੇ ਤੇ ਉੱਥੇ ਜਾ ਕੇ ਸਹੂਲਤਾਂ ਲੈਂਦੇ ਪਏ ਨੇ, ਤਾਲੀਮ ਦੀਆਂ, ਸਿਹਤ ਦੀਆਂ, ਰਿਹਾਇਸ਼ ਦੀਆਂ, ਨੌਕਰੀਆਂ, ਹਰ ਚੀਜ਼ ਦੀਆਂ ਸਹੂਲਤਾਂ ਉੱਥੋਂ ਮਿਲ ਰਹੀਆਂ ਨੇ। ਮੈਂ ਸਿਰਫ ਇਹੀ ਗੱਲ ਪੁੱਛਾਂਗਾ ਆਪਣੇ ਜਿਹੜੇ PTI ਦੇ ਜਿਹੜੇ ਭਰਾ ਨੇ ਮੇਰੇ, ਕਿ ਜਨਾਬੇ ਆਲੀ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਇਮਰਾਨ ਖਾਨ ਦੀ ਪੂਜਾ ਕਰਦੇ ਹੋ, PTI ਦੀ ਪ੍ਰਸਤਿਸ਼ ਕਰਦੇ ਹੋ, ਕਹਿੰਦੇ ਹੋ ਕਿ PTI ਵਾਹਿਦ ਜਮਾਤ ਹੈ ਜਿਹੜੀ ਤਬਦੀਲੀ ਲੈ ਕੇ ਗਈ। ਮੈਨੂੰ ਤੁਸੀਂ ਇਹਨਾਂ 13 ਸਾਲਾਂ ਦੇ ਵਿੱਚੋਂ ਪੰਜਾਬੀ ਕਿਉਂ ਨਹੀਂ KPK ਜਾ ਕੇ ਜੌਬ ਹਾਸਿਲ ਕਰ ਰਿਹਾ? ਸਿਹਤ ਦੀ ਸਹੂਲਤ ਉੱਥੇ ਕਿਉਂ ਨਹੀਂ ਪੰਜਾਬੀ ਜਾ ਕੇ ਲੈ ਰਿਹਾ? ਨੌਕਰੀ ਹਾਸਿਲ ਕਰਨ ਵਾਸਤੇ ਪੰਜਾਬੀ ਕਿਉਂ ਨਹੀਂ ਉੱਥੇ ਜਾ ਰਿਹਾ? ਉੱਥੋਂ ਮੇਰਾ ਪਠਾਨ ਭਰਾ ਪੰਜਾਬ ਦੇ ਵਿੱਚ ਕਿਉਂ ਆ ਰਿਹਾ? ਇਹ ਮੈਨੂੰ ਬਸ ਦੱਸੋ। ਇਸ ਸਵਾਲ ਦਾ ਕੋਈ ਜਵਾਬ ਇਹਨਾਂ ਕੋਲ ਨਹੀਂ ਹੁੰਦਾ। ਇਹ ਸਿਰਫ ਇੰਨਾ ਹੀ ਕਹਿੰਦੇ ਨੇ ਕਿ ਜੀ ਸਾਨੂੰ ਸ਼ਊਰ ਇਮਰਾਨ ਨੇ ਦਿੱਤਾ। ਸੜਕਾਂ ਨਾਲ ਸ਼ਊਰ ਨਹੀਂ ਆਉਂਦਾ, ਸੜਕਾਂ ਦੇ ਨਾਲ ਇਹ ਨਹੀਂ ਆਉਂਦਾ, ਸੜਕਾਂ ਦੇ ਨਾਲ ਉਹ ਨਹੀਂ ਆਉਂਦਾ। ਸੜਕਾਂ ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਬਣਾ ਲਓ, ਤੇ ਮੈਂ ਕਹਿੰਦਾ ਕਿ ਸੜਕਾਂ ਦੇ ਨਾਲ ਹੀ ਸ਼ਊਰ ਆਉਂਦਾ ਹੈ। ਸੜਕਾਂ ਦੇ ਨਾਲ ਹੀ ਪਤਾ ਲੱਗਦਾ ਕਿ ਹਾਂ ਵੀ ਇਹ ਕਿੱਡੀ ਮੁਹੱਜ਼ਬ ਕੌਮ ਹੈਗੀ ਹੈ, ਠੀਕ ਹੈ। ਤੇ ਜਿਸ ਸ਼ਊਰ ਦੀ ਇਹ ਗੱਲ ਕਰਦੇ ਨੇ PTI ਵਾਲੇ, ਉਹ ਸ਼ਊਰ ਨਹੀਂ ਹੈਗਾ, ਉਹ ਬਦਤਹਿਜ਼ੀਬੀ ਹੈ, ਉਹ ਗਾਲਮ ਗਲੋਚ ਹੈ, ਉਹ ਇੱਕ ਦੂਸਰੇ ਦੀ ਇੱਜ਼ਤ ਉਤਾਰਨ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਤੇ ਮੈਂ ਸਿਰਫ PTI ਵਾਲਿਆਂ ਨੂੰ ਸਿਰਫ ਇਹ ਦੱਸਣਾ ਹੈ ਕਿ ਇਹ ਤੁਹਾਡਾ ਸਪੀਕਰ ਹੈ ਬਾਬਰ ਸਵਾਤੀ, ਜਿਹੜਾ ਕਿ ਤਾ ਹਯਾਤ ਮਰਾਤ ਲਵੇਗਾ ਜਿੰਨੀ ਦੇਰ ਤੱਕ ਜ਼ਿੰਦਾ ਹੈ। ਤੇ ਮੈਨੂੰ ਸ਼ਾਇਦ ਇਹ ਵੀ ਲੱਗ ਰਿਹਾ ਕਿ ਇਹ ਜਦੋਂ ਮਰ ਗਿਆ ਤੇ ਇਹ ਤੋਂ ਬਾਅਦ ਜਿਹੜੀ ਇਹਦੀ ਆਲ ਔਲਾਦ ਹੋਈ, ਉਹ ਵੀ ਜਿਹੜਾ ਨਾ ਇਸ ਬਹਿਤੀ ਗੰਗਾ ਦੇ ਵਿੱਚ ਹੱਥ ਧੋਏਗੀ ਤੇ ਮਰਾਤ ਉਹਨਾਂ ਨੂੰ ਵੀ ਮਿਲਦੀਆਂ ਰਹਿਣਗੀਆਂ। ਤੇ ਇਹ ਹੈਗਾ ਜੇ ਤਬਦੀਲੀ ਭਾਜੀ। ਇਸ ਦੇ ਮੁਕਾਬਲੇ ਦੇ ਵਿੱਚ ਜਿਹੜੇ ਪੰਜਾਬ ਦੇ ਸਪੀਕਰ ਨੇ, ਪੰਜਾਬ ਅਸੈਂਬਲੀ ਦੇ ਮਲਕ ਅਹਿਮਦ ਖਾਨ ਸਾਹਿਬ, ਉਹਨਾਂ ਨੇ ਸਾਰੇ ਸਰਕਾਰੀ ਪ੍ਰੋਟੋਕੋਲ ਮਰਾਤ ਜਿਹੜੀਆਂ ਨੇ ਉਹ ਵਾਪਸ ਕਰ ਦਿੱਤੀਆਂ ਨੇ। ਕਿਸੇ ਕਿਸਮ ਦੀ ਕੋਈ ਮਰਾਤ ਨਹੀਂ ਲੈ ਰਹੇ ਮਲਕ ਅਹਿਮਦ ਖਾਨ ਸਾਹਿਬ। ਉਹਨਾਂ ਨੇ ਸਾਰੇ ਪ੍ਰੋਟੋਕੋਲ ਵੀ ਵਾਪਸ ਕਰ ਦਿੱਤੇ। ਬਿਜਲੀ, ਪਾਣੀ, ਗੈਸ, ਟੈਲੀਫੋਨ, ਪੈਟਰੋਲ ਵਗੈਰਾ ਹਰ ਚੀਜ਼ ਦੀ ਸਹੂਲਤ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਲੈਣੀ, ਮੈਂ ਆਪਣੀ ਆਵਾਮ ਦੇ ਉੱਤੇ ਕੋਈ ਬੋਝ ਨਹੀਂ ਪਾਉਣਾ, ਮੈਂ ਜੋ ਕਰਨਾ ਮੈਂ ਆਪਣੇ ਪੱਲਿਓਂ ਕਰਨਾ। ਤੇ ਲਿਹਾਜ਼ਾ ਮੈਨੂੰ ਜਿਹੜਾ ਨਾ ਆਮ ਇਨਸਾਨ ਦੀ ਤਰ੍ਹਾਂ ਟਰੀਟ ਕੀਤਾ ਜਾਏ। ਮੇਰੇ ਅੱਗੇ ਪਿੱਛੇ ਸਿਰਫ ਇੱਕ ਗੱਡੀ ਹੋਏਗੀ, ਹੋਰ ਮੈਂ ਕੋਈ ਭਾਰੀ ਨਫਰੀ ਜਿਹੜੀ ਨਾ ਆਪਣੇ ਨਾਲ ਨਹੀਂ ਰੱਖਣੀ, ਕੋਈ ਵੱਡਾ ਪ੍ਰੋਟੋਕੋਲ ਨਹੀਂ ਮੈਂ ਆਪਣੇ ਨਾਲ ਰੱਖਣਾ। ਤੇ ਮੈਂ ਬਿਲਕੁਲ ਜਿਹੜਾ ਨਾ ਐਸਟੋਰਿਟੀ ਹੈਗੀ ਹੈ ਨਾ ਜਿਹੜੀ, ਉਹ ਉਹਦੇ ਮੁਤਾਬਿਕ ਆਪਣੀ ਜ਼ਿੰਦਗੀ ਗੁਜ਼ਾਰਾਂਗਾ, ਉਹਦੇ ਮੁਤਾਬਿਕ ਜਿਹੜਾ ਨਾ ਮੈਂ ਆਪਣਾ ਟੈਨੋਰ ਪੂਰਾ ਕਰਾਂਗਾ। ਸਮਝ ਆ ਰਹੀ ਹੈ? ਇਹ ਵੇ ਪੰਜਾਬ ਅਸੈਂਬਲੀ ਦਾ ਸਪੀਕਰ ਮਲਕ ਅਹਿਮਦ ਖਾਨ, ਜਿਹਨੇ ਸਾਰੀ ਮਰਾਤ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਉਹਨੇ ਕਿਹਾ ਕਿ ਮੈਂ ਸਾਦਾ ਆਮ ਇਨਸਾਨ ਦੀ ਤਰ੍ਹਾਂ ਜਿਹੜਾ ਨਾ ਘੁੰਮਾ ਫਿਰਾਂਗਾ ਤੇ ਮੈਂ ਕੋਈ ਮਰਾਤ ਨਹੀਂ ਲਾਉਂਗਾ। ਤੇ ਇੱਕ ਉਹ ਬਾਬਰ ਸਵਾਤੀ ਹੈ ਜਿਹੜਾ ਕਹਿੰਦਾ ਕਿ ਮੈਨੂੰ ਤਾ ਹਯਾਤ ਮਰਾਤ ਦਿੱਤੀਆਂ ਜਾਣ ਤੇ ਮੈਂ ਕੌਮੀ ਖਜ਼ਾਨੇ ਦੇ ਉੱਤੇ ਜਿਹੜਾ ਨਾ ਆਪਣੇ ਆਪ ਨੂੰ ਪਾਲਾਂਗਾ ਤੇ ਆਪਣੇ ਬੀਵੀ ਬੱਚੇ ਤੇ ਆਪਣੇ ਆਲ ਔਲਾਦ ਨੂੰ ਪਾਲਾਂਗਾ। ਇਹ ਫਰਕ ਹੈਗਾ ਪਾਕਿਸਤਾਨ ਮੁਸਲਿਮ ਲੀਗ ਨੂਨ ਤੇ ਇਹ ਫਰਕ ਹੈਗਾ ਪਾਕਿਸਤਾਨ ਤਹਿਰੀਕ ਇਨਸਾਫ ਦੇ ਵਿੱਚ। ਦੇਖੋ ਜਿਹੋ ਜਿਹਾ ਕਾਇਦ ਹੁੰਦਾ ਨਾ, ਵਰਕਰ ਵੀ ਉਸ ਤਰ੍ਹਾਂ ਦੇ ਹੁੰਦੇ ਨੇ। ਤੇ ਨਵਾਜ਼ ਸ਼ਰੀਫ ਸਾਹਿਬ ਜਦੋਂ ਵੀ ਇਕਤਦਾਰ ਦੇ ਵਿੱਚ ਆਏ ਨੇ, ਭਾਵੇਂ ਉਹ ਵਜ਼ੀਰ ਖਜ਼ਾਨਾ ਹੋਣ, ਭਾਵੇਂ ਉਹ ਵਜ਼ੀਰ ਆਲਾ ਹੋਣ, ਭਾਵੇਂ ਉਹ ਪ੍ਰਾਈਮ ਮਿਨਿਸਟਰ, ਉਹਨਾਂ ਨੇ ਕਦੀ ਤਨਖਾਹ ਨਹੀਂ ਲਈ, 1 ਰੁਪਈਆ ਨਹੀਂ ਲਿੱਤਾ। ਸ਼ਹਬਾਜ਼ ਸ਼ਰੀਫ ਸਾਹਿਬ 1 ਰੁਪਈਆ ਨਹੀਂ ਲਿੱਤਾ, ਮਰੀਮ ਨਵਾਜ਼ ਸਾਹਿਬਾ 1 ਰੁਪਈਆ ਨਹੀਂ ਲਿੱਤਾ, ਹਮਜ਼ਾ ਸ਼ਹਬਾਜ਼ ਸ਼ਰੀਫ ਜਿੰਨੀ ਦੇਰ ਵਜ਼ੀਰ ਆਲਾ 1 ਰੁਪਈਆ ਨਹੀਂ ਲਿੱਤਾ। ਇਹ ਸਾਰੇ ਆਪਣੀਆਂ ਤਨਖਾਹਾਂ ਚੈਰਿਟੀ ਕਰਦੇ ਰਹੇ ਨੇ, ਠੀਕ ਹੈ। ਮੈਂ ਤੁਹਾਨੂੰ ਬਿਲਕੁਲ ਬਾਵਸੂਖ ਦਰਾਜ ਦੇ ਨਾਲ ਦੱਸ ਸਕਦਾ ਕਿ ਨਵਾਜ਼ ਸ਼ਰੀਫ ਸਾਹਿਬ ਦੀ ਜਿਹੜੀ ਤਨਖਾਹ ਹੁੰਦੀ ਸੀ ਨਾ, ਉਹ ਸਵਾਤ ਕਿਡਨੀ ਹਸਪੀਟਲ ਦੇ ਵਿੱਚ ਜਾਂਦੀ ਸੀ ਹਰ ਮਹੀਨੇ। ਤੇ 1 ਰੁਪਏ ਦਾ ਰਵਾਦਾਰ ਨਹੀਂ ਹੈਗਾ ਨਵਾਜ਼ ਸ਼ਰੀਫ ਸਾਹਿਬ ਤੇ ਸ਼ਹਬਾਜ਼ ਸ਼ਰੀਫ ਤੇ ਮਰੀਮ ਨਵਾਜ਼ ਤੇ ਹਮਜ਼ਾ ਸ਼ਹਬਾਜ਼ ਤੇ ਅਸਾਗ ਡਾਰ, ਉਹ ਜਿਹੜਾ ਵਜ਼ੀਰ ਖਾਰਜਾ ਹੈ ਤੇ ਨਾਇਬ ਵਜ਼ੀਰ ਆਜ਼ਮ, 1 ਰੁਪਈਆ ਨਹੀਂ ਲੈਂਦੇ ਜਨਾਬ ਹੈ, ਠੀਕ ਹੈ। ਤੇ ਆਪਣਾ ਜਿਹੜਾ ਨਾ ਫੀ ਸਬੀਲਿਲ੍ਲਾਹ ਕੰਮ ਕਰ ਰਹੇ ਨੇ ਤੇ ਆਪਣੇ ਪਾਕਿਸਤਾਨ ਦੀ ਖਿਦਮਤ ਕਰਨ, ਇਹਨੂੰ ਕਹਿੰਦੇ ਨੇ ਖਿਦਮਤ। ਤੇ ਫਿਰ ਸਾਹਬਜ਼ਾਰੇ ਜਿਹੋ ਜਿਹਾ ਕਾਇਦ ਹੋਏਗਾ ਫਿਰ ਵਰਕਰ ਵੀ ਫਿਰ ਉਸ ਤਰ੍ਹਾਂ ਦੇ ਹੀ ਹੋਣਗੇ ਨਾ। ਜਦੋਂ ਕਾਇਦ ਨਹੀਂ 1 ਰੁਪਏ ਦਾ ਰਵਾਦਾਰ ਹੈਗਾ
ਤੇ ਫਿਰ ਵਰਕਰ ਵੀ ਉਹੀ ਕਹਿਣਗੇ ਕਿ ਭਈ ਅਸੀਂ ਵੀ ਕਿਉਂ ਲਈਏ। ਤੇ ਜਿਹੜੀ ਕੌਮੀ ਅਸੈਂਬਲੀ ਜਾਂ ਸੂਬਾਈ ਅਸੈਂਬਲੀ ਹੈਗੀ ਹੈ ਪੰਜਾਬ ਦੀ, ਜਿੰਨੇ ਵੀ ਅਰਕਾਨ ਨੇ ਉਹ ਵੀ ਜਿਹੜੇ ਨੇ ਤਨਖਾਹਾਂ ਲੈ ਰਹੇ ਨੇ, ਬਿਲਕੁਲ ਉਹੀ ਆਪਣੀ ਜਾਇਜ਼ ਤਨਖਾਹ ਲੈ ਰਹੇ ਨੇ। ਉਸ ਤੋਂ ਇਲਾਵਾ ਕੋਈ ਜਿਹੜਾ ਨਾ ਕੋਈ ਮੁਰਾਦ ਜਿਹੜਾ ਨਾ ਉਹ ਲੈ ਨਹੀਂ ਰਹੇ। ਉਹ ਕਹਿ ਰਹੇ ਨੇ ਕਿ ਅਸੀਂ ਆਪਣੀ ਆਵਾਮ ਦੇ ਉੱਤੇ ਕੋਈ ਜ਼ੁਲਮ ਨਹੀਂ ਕਰਨਾ। ਇਹ ਹੈਗੀਆਂ ਸਨ ਜਨਾਬ ਅੱਜ ਤੱਕ ਦੀਆਂ ਖਬਰਾਂ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਕਮੈਂਟ ਦਾ ਜਿਹੜਾ ਨਾ ਆਪਣੇ ਖਿਆਲਾਂ ਦਾ ਇਜ਼ਹਾਰ ਜ਼ਰੂਰ ਕਰੋਗੇ ਕਮੈਂਟ ਦੇ ਵਿੱਚ, ਲੇਕਿਨ ਤਹਿਜ਼ੀਬ ਦੇ ਦਾਇਰੇ 'ਚ ਕਰਨਾ। ਤੇ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸਬਸਕ੍ਰਾਈਬ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ। ਆਪਣੇ ਨਾਰੇ ਦੇ ਨਾਲ ਇਸ ਵੀਲੌਗ ਨੂੰ ख़त्म करना। पाकिस्तान हमेशा जिंदाबाद।